सत श्री अकाल जी। मैं मनदीप रिंपी हाज़र हाँ अपनी एक कहानी ते अज कंध बोल पई दे नाल। सोनिया दी बंद मुट्ठी अज सब दे सामने खुल गई। जिस मुट्ठी विच बंद करी बैठी सी ओह अपने होंकियां हावियां नित दे कलेश झगड़ियां नूं। उसने अज ताईं कदी गवांढ नूं भी पता नहीं सी लगन दिता कि कमरे दियां चार कंधां दे अंदर उस नाल की बीतदी है। अरमान निक्की निक्की गल ते सोनिया ते हथ चुकन दा आदी हो चुकिया है, पर सोनिया ने कदे किसी कोल भाफ नहीं कड्डी। कमरे चों हमेशा हसदी बाहर आउंदी, पता नहीं किहड़ी मिट्टी दी बनी हुई है। सोनिया अपने मन नूं खुश रखण लई हमेशा कंधां नाल गल्लां करदी। उहने तां कंधां दे नाम भी रखे होए ने। ਉਹ सामने वाली कंध जिस ते उन्हां दे विआह दी फोटो लटकाई हुई है उसका नाम खुशी रखिया होया है। ਉਹ सोचदी ਇਹ मेरी जिंदगी की खुशी के पल सन जिस नाल मेरे मम्मी पापा भैन भरा दियां खुशियां बन्नियां हुई सन। सज्जे पासे वाली कंध का नाम राणो अते खब्बे पासे वाली कंध का नाम दीपी है। राणो ते दीपी सोनिया दियां बचपन दियां पक्कियां सहेलियां दे नाम। ਜਦੋਂ ਉਹ ਇਹਨਾਂ ਕੰਧਾਂ ਵੱਲ ਵੇਖਦੀ ਤਾਂ ਉਹਨਾਂ ਨੂੰ ਚੇਤੇ ਕਰ ਕਰ ਹੱਸਦੀ ਰਹਿੰਦੀ। ਉਹਨੂੰ ਇੰਜ ਲੱਗਦਾ ਜਿਵੇਂ ਉਹ ਮੁੜ ਆਪਣੇ ਬਚਪਨ ਵਿੱਚ ਚਲੀ ਗਈ ਹੋਵੇ। ਉਹੀ ਬਚਪਨ ਦੀਆਂ ਸ਼ਰਾਰਤਾਂ ਮੁੜ ਮੁੜ ਚੇਤੇ ਆਉਂਦੀਆਂ। ਦਰਵਾਜ਼ੇ ਵਾਲੀ ਕੰਧ ਦਾ ਨਾਂ ਮੁਸਕਾਨ ਰੱਖਿਆ ਕਿਉਂਕਿ ਕਮਰੇ ਅੰਦਰ ਕਦੇ ਉਹ ਰੋਂਦੀ ਕਦੇ ਹੱਸਦੀ, ਪਰ ਜਦੋਂ ਦਰਵਾਜ਼ੇ 'ਚੋਂ ਬਾਹਰ ਆਉਂਦੀ ਤਾਂ ਬੁੱਲਾਂ 'ਤੇ ਚਿਹਰੇ 'ਤੇ ਇੰਜ ਮੁਸਕਾਨ ਧਰ ਲੈਂਦੀ ਜਿਵੇਂ ਉਹ ਬਹੁਤ ਹੀ ਖੁਸ਼ ਹੋਵੇ। ਇਸ ਤਰ੍ਹਾਂ ਇਹਨਾਂ ਚਾਰ ਕੰਧਾਂ ਦੇ ਨਾਂ ਰੱਖ ਉਹ ਕੰਧਾਂ ਨਾਲ ਗੱਲੀ ਪਈ ਰਹਿੰਦੀ। ਉਸ ਦੀ ਮਾਂ ਨੇ ਜਦੋਂ ਉਸ ਨੂੰ ਵਿਦਾ ਕੀਤਾ ਤਾਂ ਇੱਕੋ ਗੱਲ ਆਖੀ ਸੀ, ਧੀਏ ਧੀਆਂ ਸਹੁਰੇ ਘਰ ਜਾ ਕੇ ਮਾਪਿਆਂ ਦੀ ਇੱਜ਼ਤ ਬਣਾਉਂਦੀਆਂ ਨੇ ਤੇ ਤੂੰ ਵੀ ਸਾਡੀ ਇੱਜ਼ਤ ਬਣਾਈ ਰੱਖੀ। ਆਪਣੀ ਮਾਂ ਦੇ ਕਹੇ ਉਹ ਸ਼ਬਦਾਂ ਨੂੰ ਉਹ ਅੱਜ ਵੀ ਆਪਣੇ ਮਨ ਅੰਦਰ ਸਾਂਭੀ ਬੈਠੀ ਹੈ। ਸੋਨੀਆ ਹਰ ਕੋਸ਼ਿਸ਼ ਕਰਦੀ ਖੁਦ ਨੂੰ ਤੇ ਆਪਣੇ ਸਹੁਰੇ ਪਰਿਵਾਰ ਨੂੰ ਖੁਸ਼ ਰੱਖਣ ਦੀ। ਜਦੋਂ ਕਦੇ ਕਦਾਈ ਦੀਪੀ ਦਾ ਫੋਨ ਆਉਂਦਾ ਜੋ ਕੈਨੇਡਾ ਵਿਆਹੀ ਹੋਈ ਹੈ ਤਾਂ ਸਾਰਾ ਦਿਨ ਸੋਨੀਆ ਆਪਣੇ ਬਚਪਨ 'ਚ ਹੀ ਘੁੰਮਦੀ ਰਹਿੰਦੀ। ਇੱਕ ਦਿਨ ਜਦੋਂ ਦੀਪੀ ਦਾ ਫੋਨ ਆਇਆ ਤਾਂ ਸੱਸ ਬੁੜ-ਬੁੜ ਕਰਨ ਲੱਗੀ, ਪਤਾ ਨਹੀਂ ਕਿਹਦੇ ਨਾਲ ਗੱਲਾਂ ਮਾਰਦੀ ਰਹਿੰਦੀ। ਸੋਨੀਆ ਨੇ ਝੱਟ ਆਪਣੀ ਸੱਸ ਨੂੰ ਫੋਨ ਫੜਾ ਦਿੱਤਾ। ਆ ਲਓ ਮੰਮੀ ਜੀ, ਗੱਲ ਕਰੋ, ਮੇਰੀ ਸਹੇਲੀ ਹੈ ਕੈਨੇਡਾ ਤੋਂ ਫੋਨ ਕਰਦੀ। ਸੋਨੀਆ ਦੀ ਸੱਸ ਮੂੰਹ ਦੀ ਮਿੱਠੀ, ਕੀ ਹਾਲ ਹੈ ਧੀਏ, ਹੋਰ ਬਾਲ ਬੱਚੇ ਰਾਜੀ ਖੁਸ਼ੀ। ਕਿੰਨੀ ਦੇਰ ਮਿਸ਼ਰੀ ਵਰਗੇ ਬੋਲ ਉਸ ਦੀ ਸੱਸ ਦੀ ਜੀਭ ਤੇ ਨੱਚਦੇ ਟੱਪਦੇ ਰਹੇ। ਸੋਨੀਆ ਹੈਰਾਨ ਹੋ ਕੇ ਕੋਲ ਖੜੀ ਸੋਚ ਰਹੀ ਸੀ ਕਿ ਕਾਸ਼ ਮੇਰੇ ਨਾਲ ਵੀ ਮੰਮੀ ਜੀ ਇੰਨੀਆਂ ਮਿੱਠੀਆਂ ਚਾਸ਼ਨੀਆਂ ਭਰੀਆਂ ਗੱਲਾਂ ਕਰਨ ਕਦੇ। ਦੀਪੀ ਸੋਨੀਆ ਦੀ ਸੱਸ ਨਾਲ ਗੱਲਾਂ ਕਰ ਬਹੁਤ ਖੁਸ਼ ਹੋਈ ਅਤੇ ਸੋਨੀਆ ਨੂੰ ਆਖਣ ਲੱਗੀ, ਤੇਰੀ ਸੱਸ ਤਾਂ ਸੱਚਮੁੱਚ ਹੀ ਬਹੁਤ ਚੰਗੀ ਹੈ। ਸੋਨੀਆ, ਹਾਂ ਸੱਚੀ ਮੈਨੂੰ ਬਹੁਤ ਪਿਆਰ ਕਰਦੇ ਮੰਮੀ ਜੀ, ਕਦੇ ਮੈਨੂੰ ਮੇਰੀ ਮਾਂ ਦੀ ਯਾਦ ਨਹੀਂ ਆਉਣ ਦਿੰਦੇ। ਇੰਜ ਲੱਗਦਾ ਜਿਵੇਂ ਇਹ ਮੇਰਾ ਪੇਕਾ ਘਰ ਹੀ ਹੈ। ਭਾਵੇਂ ਸੋਨੀਆ ਦੀ ਸੱਸ ਸੋਨੀਆ ਲਈ ਹਮੇਸ਼ਾ ਹੀ ਜੀਭ ਤੇ ਭਖਦੇ ਅੰਗਾਰੇ ਰੱਖਦੀ, ਪਰ ਸੋਨੀਆ ਨੇ ਫੇਰ ਵੀ ਕਦੇ ਮੱਥੇ ਤਿਉੜੀ ਨਹੀਂ ਸੀ ਪਾਈ, ਸਗੋਂ ਹਰ ਸੰਭਵ ਕੋਸ਼ਿਸ਼ ਕਰਦੀ ਆਪਣੀ ਸੱਸ ਨੂੰ ਖੁਸ਼ ਰੱਖਣ ਦੀ। ਵਿਆਹ ਦੇ ਸਮੇਂ ਸੋਨੀਆ ਦੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਦਾਜ ਦਿੱਤਾ। ਸੋਨੀਆ ਦਾ ਪਿਓ ਇੱਕ ਡਾਕੀਆ ਸੀ ਤੇ ਡਾਕੀਆ ਦੀ ਤਨਖਾਹ ਦਾ ਸਭ ਨੂੰ ਪਤਾ ਹੀ ਹੁੰਦਾ। ਸੋਨੀਆ ਤੋਂ ਛੋਟੇ ਸੋਨੀਆ ਦੇ 2 ਭੈਣ ਭਰਾ ਸਨ ਜੋ ਉਹਦੇ ਪੜ੍ਹਦੇ ਸਨ। ਸੋਨੀਆ ਦੀ ਮਾਂ ਸ਼ੂਗਰ ਦੀ ਮਰੀਜ਼ ਜੋ ਮਿੰਟਾਂ ਵਿੱਚ ਹੀ ਮੰਜੇ ਤੇ ਪੈ ਜਾਂਦੀ ਸੀ, ਅਚਾਨਕ ਹੀ ਸ਼ੂਗਰ ਵਧਣ ਕਾਰਨ, ਜਿਸ ਦੀ ਦਵਾਈ ਪਿਛਲੇ 6-7 ਸਾਲਾਂ ਤੋਂ ਲਗਾਤਾਰ ਚੱਲ ਰਹੀ ਸੀ। ਅਜਿਹੇ ਹਾਲਾਤਾਂ ਵਿੱਚ ਬੜੀ ਮੁਸ਼ਕਲ ਨਾਲ ਵਿਆਹ ਕੀਤਾ ਸੀ ਸੋਨੀਆ ਦੇ ਮਾਪਿਆਂ ਨੇ। ਪਰ ਜਿਸ ਦਿਨ ਸੋਨੀਆ ਵਿਆਹ ਕੇ ਆਈ ਉਸੇ ਰਾਤ ਸੋਨੀਆ ਦੀ ਸੱਸ ਨੇ ਸੋਨੀਆ ਨੂੰ, ਨਾ ਕਿੰਨੇ ਕੁ ਭਰਾ ਸੀ ਮੇਰੇ, ਤੇਰੇ ਪਿਓ ਤੋਂ ਮੇਰੇ ਇਕੱਲੇ ਕਾਰੇ ਭਰਾ ਲਈ ਕੁਝ ਨਾ ਸਰਿਆ। ਅੱਜ ਕੱਲ੍ਹ ਤਾਂ ਮਰਿਆ ਤੋਂ ਮਰਿਆ ਵੀ ਮੁੰਦੀ ਪਾਉਂਦਾ। ਮਾਮੀ ਨੂੰ ਕਿੰਨਾ ਚਾਅ ਸੀ ਮੇਰੇ ਪੇਕਿਆਂ ਨੂੰ ਅਰਮਾਨ ਦੇ ਵਿਆਹ ਦਾ, ਵਿਚਾਰੇ ਕਿੰਨੇ ਦਿਨ ਨੱਠੇ ਭੱਜੇ ਫਿਰਦੇ ਰਹੇ। ਤੇਰੇ ਪਿਓ ਨੇ ਤਾਂ ਮਿੰਟਾਂ 'ਚ ਪੱਤ ਲਾਤੀ ਮੇਰੇ ਪੇਕਿਆਂ ਦੀ। ਮੈਨੂੰ ਨਾ ਪਾਉਂਦੇ, ਮੈਂ ਕਿਹੜੇ ਮਰਨ ਲੱਗੀ ਸੀ ਬਾਲੀਆਂ ਤੋਂ ਬਿਨਾਂ। ਲੋਕਾਚਾਰੀ ਮਾੜੀ ਮੋਟੀ ਤਾਂ ਸ਼ਰਮ ਕਰ ਲੈਂਦੇ, ਸਾਰੇ ਸ਼ਰੀਕੇ 'ਚ ਨੱਕ ਵੱਢਤੀ ਮੇਰੇ ਪੇਕਿਆਂ ਦੀ। ਜ਼ਰੂਰ ਵਿਆਹ ਕਰਨਾ ਸੀ ਸਾਨੂੰ ਦੱਸ ਦਿੰਦੇ, ਅਸੀਂ ਚੁੰਨੀ ਚੜਾ ਕੇ ਲੈ ਆਉਂਦੇ। ਸੋਨੀਆ ਚੁੱਪਚਾਪ ਸੁਣਦੀ ਰਹੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਆਪਣੇ ਅੰਦਰ ਸਭ ਕੋੜਾ ਕੁਸੈਲਾ ਦੱਬੀ ਜਾ ਰਹੀ ਹੈ। ਅਰਮਾਨ ਵੀ ਸੋਨੀਆ ਨੂੰ ਮਾਮੇ ਨੂੰ ਮੁੰਦੀ ਨਾ ਪਾਉਣ ਕਾਰਨ ਵੱਧ ਘੱਟ ਬੋਲਦਾ ਰਹਿੰਦਾ, ਪਰ ਸੋਨੀਆ ਹਮੇਸ਼ਾ ਅਣਸੁਣਿਆ ਕਰ ਛੱਡਦੀ। ਉਹ ਘਰ ਤੇ ਬਾੜੇ ਦੇ ਸਾਰੇ ਕੰਮ ਭੱਜ ਭੱਜ ਕੇ ਕਰਦੀ। ਮੱਝਾਂ ਗਊਆਂ ਨੂੰ ਪੱਠੇ ਪਾਉਣੇ, ਧਾਰਾਂ ਕੱਢਣੀਆਂ, ਪਾਥੀਆਂ ਪੱਥਣੀਆਂ, ਸਾਰੇ ਕੰਮ ਸਿੱਖ ਲਏ ਸੀ ਉਸਨੇ। ਸੱਸ ਦੇ ਗੋਡਿਆਂ ਵਿੱਚ ਦਰਦ ਕਾਰਨ ਉਹ ਕਦੇ ਵੀ ਉਸਨੂੰ ਕੰਮ ਨਾ ਕਰਨ ਦਿੰਦੀ। ਉਸ ਦੀ ਸੱਸ ਕੋਲ ਕੋਈ ਨਾ ਕੋਈ ਗੁਆਂਢਣ ਆ ਕੇ ਬੈਠੀ ਰਹਿੰਦੀ ਤੇ ਸੋਨੀਆ ਘਰ ਆਈਆਂ ਬੀਬੀਆਂ ਨੂੰ ਚਾਹ ਵਗੈਰਾ ਪੀਤਿਆਂ ਜਾਣ ਨਾ ਦਿੰਦੀ, ਜਿਸ ਕਾਰਨ ਉਹ ਸਾਰੀਆਂ ਉਸ ਦੀਆਂ ਸਿਫਤਾਂ ਕਰਦੀਆਂ।
ਜਦੋਂ ਸਮਾਂ ਮਿਲਦਾ ਸੋਨੀਆ ਆਪਣੇ ਕਮਰੇ ਵਿੱਚ ਬੈਠ ਆਪਣੀਆਂ ਸਹੇਲੀਆਂ ਕੰਧਾਂ ਨਾਲ ਗੱਲਾਂ ਕਰਦੀ ਤੇ ਹੱਸਦੀ। ਇਸ ਤਰ੍ਹਾਂ ਉਹ ਆਪਣੇ ਮਨ ਦੀ ਸਾਰੀ ਭੜਾਸ ਕੱਢ ਲੈਂਦੀ। ਕਈ ਵਾਰ ਸੋਨੀਆ ਦੀ ਸੱਸ ਜਦੋਂ ਉਸ ਨੂੰ ਕਮਰੇ 'ਚ ਬੋਲਦੀ ਨੂੰ ਸੁਣਦੀ, ਦੱਬੇ ਪੈਰੀ ਜਾ ਕੇ ਵੇਖਦੀ ਤਾਂ ਡਰ ਜਾਂਦੀ। ਉਸ ਨੂੰ ਇੰਜ ਲੱਗਣ ਲੱਗਾ ਕਿ ਸੋਨੀਆ ਕਿਸੇ ਕਸਰ ਦੇ ਹੇਠਾਂ ਹੈ। ਉਹ ਆਪਣੇ ਗੁਆਂਢਣਾਂ ਕੋਲ ਵੀ ਇਹੋ ਗੱਲਾਂ ਕਰਦੀ, ਮੇਰੀ ਬਹੂ ਤਾਂ ਇਕੱਲੀ ਉਹ ਬੋਲੀ ਜਾਂਦੀ, ਖਬਰੇ ਕਿਹੜੀ ਚੁੜੇਲ ਚਿੰਬੜੀ ਹੋਈ ਇਹਨੂੰ, ਨਾਲੇ 2 ਸਾਲ ਹੋ ਚੱਲੇ ਵਿਆਹ ਨੂੰ, ਇਹਦੇ ਬਾਅਦ ਦੀਆਂ ਆਈਆਂ ਸਾਰੀਆਂ ਮਾਵਾਂ ਬਣ ਗਈਆਂ। ਜੇ ਮੈਂ ਅਰਮਾਨ ਜਾਂ ਉਹਦੇ ਪਿਓ ਨੂੰ ਕੁਝ ਕਹਾਂ ਤਾਂ ਮੈਨੂੰ ਖਾਣ ਨੂੰ ਪੈਂਦੇ ਨੇ ਸਾਰੇ। ਮੇਰਾ ਵੀ ਜੀਅ ਕਰਦਾ ਪੋਤੇ ਪੋਤੀਆਂ 'ਚ ਖੇਡਾਂ। ਜੇਕਰ ਅੱਗੋਂ ਕੋਈ ਗੁਆਂਢਣ ਸਲਾਹ ਦਿੰਦੀ ਕਿ ਕਿਸੇ ਚੰਗੇ ਡਾਕਟਰ ਨੂੰ ਦਿਖਾਓ ਤਾਂ ਸੱਸ ਕਹਿੰਦੀ, ਨਹੀਂ ਡਾਕਟਰੀ ਇਲਾਜ ਨਹੀਂ, ਇਹਨੂੰ ਤਾਂ ਕਸਰ ਹੈ ਕਸਰ, ਤਾਂ ਹੀ ਕੰਧਾਂ ਨਾਲ ਗੱਲਾਂ ਕਰਦੀ। ਮੈਂ ਕਈ ਵਾਰ ਵੇਖੀ। ਇੱਕ ਗੁਆਂਢਣ ਨੇ ਸਲਾਹ ਦਿੱਤੀ, ਡੇਰਾ ਸਾਹਿਬ ਲੈ ਜਾਓ, ਉੱਥੇ ਧੋਲੀ ਤਾਰ ਹੇਠਾਂ ਸਭ ਪਤਾ ਲੱਗ ਜਾਣਾ। ਗੁਆਂਢਣ ਦੀ ਇਹ ਸਲਾਹ ਸੋਨੀਆ ਦੀ ਸੱਸ ਦੇ ਮਨ ਅੰਦਰ ਘਰ ਕਰ ਗਈ। ਉਹ ਡੇਰਾ ਸਾਹਿਬ ਚੱਲਣ ਲਈ ਅਰਮਾਨ 'ਤੇ ਜ਼ੋਰ ਪਾਉਣ ਲੱਗੀ। ਭਾਵੇਂ ਅਰਮਾਨ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ, ਪਰ ਮਾਂ ਦੀ ਜਿੱਦ ਅੱਗੇ ਉਸ ਨੂੰ ਝੁਕਣਾ ਹੀ ਪਿਆ ਤੇ ਇੱਕ ਦਿਨ ਐਤਵਾਰ ਸਵੇਰੇ ਤੜਕੇ ਉਹ ਡੇਰਾ ਸਾਹਿਬ ਲਈ ਤੁਰ ਪਏ। ਜਦੋਂ ਉਹ ਧੋਲੀ ਤਾਰ ਪਹੁੰਚੇ ਸਾਰੇ ਗੱਡੀ 'ਚੋਂ ਬਾਹਰ ਆ ਗਏ, ਪਰ ਸੋਨੀਆ ਗੱਡੀ ਵਿੱਚ ਹੀ ਬੈਠੀ ਰਹੀ। ਸੋਨੀਆ ਦੀ ਸੱਸ, ਆ ਜਾ ਸੋਨੀਆ, ਚੱਲ ਬਾਹਰ ਆ, ਚੱਲ ਧੋਲੀ ਤਾਰ ਹੇਠੋਂ ਲੰਘੀਏ, ਕਹਿੰਦੇ ਨੇ ਸਾਰੇ ਦੁੱਖ ਕੱਟੇ ਜਾਣਗੇ। ਸੋਨੀਆ, ਮੰਮੀ ਜੀ ਰੁਕ ਜਾਓ ਥੋੜੀ ਦੇਰ, ਮੈਂ ਸਫ਼ਰ ਕਰਕੇ ਥੱਕ ਗਈ ਹਾਂ, ਮੇਰਾ ਅਜੇ ਜੀਅ ਨਹੀਂ ਕਰਦਾ ਤੁਰਨ ਨੂੰ। ਸੋਨੀਆ ਦੀ ਸੱਸ ਆਪਣੀ ਗੁਆਂਢਣ ਭੋਲੀ ਤੇ ਅਰਮਾਨ ਨੂੰ ਉੱਚੀ ਉੱਚੀ ਆਵਾਜ਼ਾਂ ਮਾਰਦੀ ਹੈ, ਭੋਲੀ ਇੱਧਰ ਆ, ਅਰਮਾਨ ਇੱਧਰ ਆ, ਭੱਜ ਕੇ ਆ। ਸੋਨੀਆ ਆਪਣੀ ਸੱਸ ਦੇ ਮੂੰਹ ਵੱਲ ਟਿਕ ਟਿਕ ਲਗਾਈ ਵੇਖ ਰਹੀ ਹੈ ਕਿ ਮੰਮੀ ਜੀ ਨੂੰ ਕੀ ਹੋਇਆ। ਜਦੋਂ ਅਰਮਾਨ ਤੇ ਭੋਲੀ ਕੋਲ ਆਏ ਤਾਂ ਸੋਨੀਆ ਦੀ ਸੱਸ ਕਹਿਣ ਲੱਗੀ, ਆਹ ਵੇਖ ਲਓ, ਫੜੋ ਇਹਨੂੰ, ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਕਿ ਇਹ ਕਸਰ ਹੇਠ ਹੈ, ਆਹ ਦੇਖੋ, ਇਹ ਨਹੀਂ ਮੰਨਦੀ ਹੁਣ ਧੋਲੀ ਤਾਰ ਹੇਠਾਂ ਨਾਨ ਨੂੰ। ਜਦੋਂ ਸੋਨੀਆ ਨੂੰ ਇੰਜ ਕਿਹਾ ਤਾਂ ਸੋਨੀਆ ਛਾਲ ਮਾਰ ਗੱਡੀ 'ਚੋਂ ਬਾਹਰ ਆ ਗਈ ਤੇ ਆਖਣ ਲੱਗੀ, ਮੰਮੀ ਚੱਲੋ ਜੀ, ਮੈਨੂੰ ਕੁਝ ਨਹੀਂ ਹੋਇਆ। ਸੋਨੀਆ ਨੂੰ ਹਾਸਾ ਵੀ ਆ ਪਿਆ ਆਪਣੀ ਸੱਸ ਦੇ ਭੋਲੇਪਨ ਤੇ ਹੈਰਾਨੀ ਵੀ ਹੋਵੇ। ਸੋਨੀਆ ਭਾਵੇਂ ਅੰਦਰੋਂ ਕਿੰਨੀ ਦੁਖੀ ਸੀ, ਪਰ ਹਰ ਕੋਈ ਇਹ ਸੋਚਦਾ ਕਿ ਉਹ ਖੁਸ਼ ਹੈ। ਅਰਮਾਨ ਦੇ ਕੋੜੇ ਸ਼ਬਦਾਂ ਦੇ ਘੁੱਟ ਵੀ ਉਹ ਮਿੱਠਾ ਜਲ ਸਮਝ ਕੇ ਪੀ ਜਾਂਦੀ ਤੇ ਕਦੇ ਕਿਸੇ ਸਾਹਮਣੇ ਉਸ ਨੂੰ ਨੀਵਾਂ ਨਹੀਂ ਸੀ ਹੋਣ ਦਿੰਦੀ। ਉਹ ਸਾਰੇ ਰੋਸੇ ਕਮਰੇ ਦੀਆਂ ਕੰਧਾਂ ਅੰਦਰ ਛੱਡ ਵਿਹੜੇ ਵਿੱਚ ਹੱਸਦੀ ਮੁਸਕਰਾਉਂਦੀ ਨਜ਼ਰ ਆਉਂਦੀ। ਪਰ ਅੱਜ ਇੰਝ ਲੱਗ ਰਿਹਾ ਸੀ ਜਿਵੇਂ ਕੰਧਾਂ ਨਾਲ ਗੱਲਾਂ ਕਰਦੀ ਕਰਦੀ ਉਹ ਖੁਦ ਕੰਧ ਬਣ ਗਈ ਹੋਵੇ। ਉਹ ਵਿਹੜੇ ਵਿੱਚ ਹੇਠਾਂ ਫਰਸ਼ 'ਤੇ ਬੈਠੀ ਗੁੰਮਸੁੰਮ ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਡੁੱਬਦੀ ਜਾ ਰਹੀ ਸੀ। ਅਰਮਾਨ ਉਸ ਨੂੰ ਹਨੇਰੇ ਵਰਗਾ ਜਾਪ ਰਿਹਾ ਸੀ ਤੇ ਧਰਤੀ ਜਿਵੇਂ ਤੇਜ਼-ਤੇਜ਼ ਘੁੰਮ ਰਹੀ ਹੋਵੇ, ਇਸੇ ਰਫ਼ਤਾਰ ਨਾਲ ਉਸਦੇ ਦਿਲ ਦੀ ਟਿਕ ਟਿਕ ਤੇਜ਼ ਹੋ ਰਹੀ ਸੀ। ਉਸਦੀਆਂ ਅੱਖਾਂ 'ਚੋਂ ਅੱਥਰੂ ਆਪ ਮੁਹਾਰੇ ਵਗ ਰਹੇ ਸਨ, ਜਿਵੇਂ ਕੋਈ ਝਰਨਾ ਵਹਿ ਤੁਰਿਆ ਹੋਵੇ। ਉਸਦੇ ਕੋਲ ਹੀ ਮੰਜੇ 'ਤੇ ਬੈਠੀ ਉਸਦੀ ਸੱਸ ਅਤੇ ਚਾਚੀ ਸੱਸ ਦੇ ਬੋਲ ਉਸਦੇ ਕੰਨਾਂ ਵਿੱਚ ਪੈ ਰਹੇ ਸਨ। ਉਸਦੀ ਸੱਸ ਚੰਗੇ ਘਰਾਂ ਦੀਆਂ ਧੀਆਂ ਦਾ ਪਤਾ ਵੀ ਨਹੀਂ ਲੱਗਣ ਦਿੰਦੀਆਂ ਕਿ ਘਰ ਦੀਆਂ ਕੰਧਾਂ ਅੰਦਰ ਕੀ ਕੀ ਹੋ ਰਿਹਾ ਹੈ। ਚਾਚੀ, ਆਹੋ ਔਰਤ ਤੇ ਧਰਤੀ 'ਚ ਕੋਈ ਫਰਕ ਨਹੀਂ, ਬਹੁਤ ਕੁਝ ਸਹਿਣਾ ਪੈਂਦਾ ਹੈ ਔਰਤ ਨੂੰ, ਮਰਦ ਦੀ ਹਰ ਜਾਇਜ਼ ਨਾਜਾਇਜ਼ ਗੱਲ ਮੰਨਣੀ ਹੀ ਪੈਂਦੀ ਹੈ, ਇਹੋ ਔਰਤ ਦੀ ਕਿਸਮਤ ਹੈ। ਸੋਨੀਆ ਸਮਝ ਨਹੀਂ ਸੀ ਪਾ ਰਹੀ ਕਿ ਇਹ ਕੀ ਹੋ ਰਿਹਾ ਹੈ। ਅਜਿਹਾ ਤਾਂ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਜੋ ਅੱਜ ਕੋੜੀ ਅਸਲੀਅਤ ਬਣ ਕੇ ਉਸਦੇ ਸਾਹਮਣੇ ਖੜਾ ਸੀ। ਸੋਨੀਆ ਹਿੰਮਤ ਕਰ ਇੱਕਦਮ ਉੱਠੀ ਤੇ ਅਰਮਾਨ ਦੇ ਕੋਲ ਜਾ ਕੇ ਖੜੀ ਹੋ ਗਈ। ਉਸਦੀ ਸੱਸ ਅਤੇ ਚਾਚੀ ਇੱਕ ਦੂਜੇ ਵੱਲ ਵੇਖ ਮੁਸਕਰਾਉਂਦੀਆਂ ਹੋਈਆਂ ਇਸ਼ਾਰਿਆਂ ਨਾਲ ਗੱਲਾਂ ਕਰ ਰਹੀਆਂ ਨੇ। ਚਾਚੀ ਉੱਚੀ ਦੇ ਕੇ, ਤਾਂ ਕੀ ਹੋਇਆ, ਆਦਮੀ ਤਾਂ ਆਦਮੀ ਹੁੰਦੇ ਨੇ, ਚੱਲ ਕੋਈ ਨਾ, ਜੇ ਤੇਰੇ ਤੇ ਹੱਥ ਚੁੱਕ ਲਿਆ ਕਿਹੜਾ ਅਸਮਾਨ ਫਟ ਜਾਣਾ। ਪਰ ਇਹ ਕੀ, 2 ਖੜਾਕਾਂ ਦੀ ਆਵਾਜ਼ ਨੇ ਸਾਰੇ ਸੁੰਨ ਕਰ ਦਿੱਤੇ। ਮਾਂ ਤੇ ਚਾਚੀ ਭੱਜੀਆਂ ਆਈਆਂ। ਚਾਚੀ ਨੇ ਸੋਨੀਆ ਨੂੰ ਭਰਾ ਧੱਕਾ ਮਾਰਿਆ ਤੇ ਸੱਸ, ਟੁੱਟ ਜਾਣ ਤੇਰੇ ਹੱਥ, ਮੇਰੇ ਪੁੱਤ ਦੇ ਹੱਥ ਚੁੱਕਿਆ ਡੈਣ ਨੇ, ਮਰ ਜਾਵੇ ਕਿਧਰੇ, ਚੱਲ ਪੁੱਤ ਇਹਦੇ ਪਿਓ ਨੂੰ ਫੋਨ ਕਰ, ਸੱਦ ਇੱਥੇ, ਉਹਨੂੰ ਪਤਾ ਲੱਗੇ ਆਪਣੀ ਧੀ ਦਾ। ਪਰ ਇਹ ਕੀ, ਅਰਮਾਨ ਕੁਝ ਬੋਲ ਨਹੀਂ ਰਿਹਾ। ਹੁਣ ਅਰਮਾਨ ਕਿਵੇਂ ਚੁੱਪ? ਉਹੀ ਅਰਮਾਨ ਜਿਹਨੇ ਥੋੜ੍ਹੀ ਦੇਰ ਪਹਿਲਾਂ ਬੜਾ ਸੂਰਵੀਰਵਾਨ ਵਿਹੜੇ ਵਿੱਚ ਸੋਨੀਆ ਨੂੰ ਵਾਲਾਂ ਤੋਂ ਫੜ ਘੜੀਸ ਕੇ ਫਰਸ਼ 'ਤੇ ਪਟਕਾ ਮਾਰਿਆ ਸੀ ਤੇ ਸੋਨੀਆ ਦੇ ਮੂੰਹ 'ਤੇ ਚਪੇੜ ਮਾਰ ਕੇ ਆਪਣੇ ਮਰਦ ਹੋਣ ਦਾ ਸਬੂਤ ਦਿੱਤਾ ਸੀ। ਕੋਲ ਖੜੀਆਂ ਚਾਚੀ ਤੇ ਸੱਸ ਦੋਵੇਂ ਚੁੱਪਚਾਪ ਤਮਾਸ਼ਾ ਵੇਖ ਰਹੀਆਂ ਸਨ। ਆਖਿਰ ਆਦਮੀ ਤੇ ਤੀਵੀਂ ਦੀ ਲੜਾਈ ਵਿੱਚ ਅਸੀਂ ਕਾਹਨੂੰ ਦਖਲ ਦਈਏ? ਕਿੰਨੇ ਸਵਾਰਥੀ ਹੁੰਦੇ ਲੋਕ, ਮਤਲਬ ਲਈ ਹਰ ਗੱਲ ਨੂੰ ਜਾਇਜ਼ ਨਾਜਾਇਜ਼ ਦੇ ਪੱਲੜੇ ਵਿੱਚ ਆਪ ਹੀ ਤੋਲ ਲੈਂਦੇ। ਸੋਨੀਆ ਨੂੰ ਅੱਜ ਇੰਜ ਲੱਗ ਰਿਹਾ ਸੀ ਜਿਵੇਂ ਉਸਦੇ ਕਲੇਜੇ 'ਤੇ ਰੱਖਿਆ ਪੱਥਰ ਕਿਸੇ ਨੇ ਚੁੱਕ ਦਿੱਤਾ ਹੋਵੇ। ਉਸਦੇ ਮਨ 'ਚੋਂ ਸਾਰੇ ਡਰ ਖਤਮ ਹੋ ਗਏ ਸਨ। ਥੋੜ੍ਹੀ ਥੋੜ੍ਹੀ ਗੱਲ 'ਤੇ ਟੋਕਾ ਟਾਕੀ ਕਰਨਾ ਅਰਮਾਨ ਦੇ ਸੁਭਾਅ ਦਾ
ਹਿੱਸਾ ਬਣ ਗਿਆ ਸੀ। ਸੋਨੀਆ ਦੀ ਹਰ ਚੰਗੀ ਗੱਲ ਵੀ ਉਸਨੂੰ ਮਾੜੀ ਲੱਗਦੀ। ਸੋਨੀਆ 'ਤੇ ਹੱਥ ਚੁੱਕਣ ਦਾ ਉਹ ਇੰਨਾ ਆਦੀ ਹੋ ਗਿਆ ਸੀ, ਪਰ ਸੋਨੀਆ ਚੁੱਪਚਾਪ ਸਹਿੰਦੀ ਰਹੀ ਸੀ। ਅੱਜ ਸਭ ਦੇ ਸਾਹਮਣੇ ਸੋਨੀਆ ਨੂੰ ਆਪਣਾ ਕਿਰਦਾਰ ਬੋਣਾ ਲੱਗ ਰਿਹਾ ਸੀ। ਅੱਜ ਉਸ ਦੇ ਅੰਦਰ ਜਵਾਰ ਭਾਟਾ ਫਟ ਗਿਆ ਸੀ। ਸਾਰੇ ਕਹਿੰਦੇ ਨੇ ਕਿ ਸੋਨੀਆ ਦੇ ਮੂੰਹ 'ਚ ਜ਼ਬਾਨ ਨਹੀਂ, ਗਊ ਹੈ, ਨਿਰੀ ਗਊ। ਤੇ ਅੱਜ ਉਹਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਸ਼ੇਰਨੀ ਬਣ ਗਈ ਹੋਵੇ। ਸੋਨੀਆ ਦੀ ਸੱਸ ਬਹੁਤ ਘੱਟ ਵੱਧ ਬੋਲ ਰਹੀ ਸੀ। ਤੇਰਾ ਕੱਖ ਨਾ ਰਹੇ, ਮਾੜੇ ਘਰ ਦੀ ਜਾਈ, ਛੱਡ ਦੇ ਅਰਮਾਨ ਇਹਨੂੰ, ਇਹ ਇਸ ਘਰ ਤੇ ਤੇਰੇ ਲਾਇਕ ਨਹੀਂ ਹੈ, ਦਫਾ ਕਰ। ਪਰ ਅਰਮਾਨ ਅਜੇ ਵੀ ਚੁੱਪ ਕਿਵੇਂ, ਕਿਉਂਕਿ ਅੱਜ ਸੋਨੀਆ ਬੋਲ ਰਹੀ ਹੈ। ਉਸ ਦੇ ਤਾਂ ਜਿਵੇਂ ਭਾਂਬੜ ਮਚਿਆ ਪਿਆ ਹੈ। ਨਹੀਂ, ਅੱਜ ਅਰਮਾਨ ਨਹੀਂ, ਮੈਂ ਅਰਮਾਨ ਨੂੰ ਛੱਡਣਾ ਚਾਹੁੰਦੀ ਹਾਂ। ਉਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਮਾੜੇ ਘਰ ਦੀ ਧੀ ਨਹੀਂ, ਮੈਂ ਤਾਂ ਆਪਣੇ ਚੰਗੇ ਸੰਸਕਾਰਾਂ ਨੂੰ ਲੈ ਕੇ ਆਈ ਸੀ ਤੁਹਾਡੇ ਘਰ। ਤੁਹਾਡੀ ਹਰ ਗੱਲ ਨੂੰ ਸਿਰ ਮੱਥੇ ਲਾਇਆ, ਪਰ ਮਾੜੇ ਤਾਂ ਤੁਸੀਂ ਹੋ। ਤੁਸੀਂ ਤੇ ਅੱਜ ਮੈਂ ਤੁਹਾਡੇ ਮਾੜੇ ਪੁੱਤ ਨੂੰ, ਮਾੜੇ ਘਰ ਨੂੰ ਛੱਡਣਾ ਚਾਹੁੰਦੀ ਹਾਂ। ਸੋਨੀਆ ਦੀਆਂ ਗੱਲਾਂ ਸੁਣ ਸੱਸ, ਹਾਂ ਕੋਈ ਹੋਰ ਲੱਭ ਲਿਆ ਹੋਣਾ, ਦਿਲ ਭਰ ਗਿਆ ਹੋਣਾ ਮੇਰੇ ਪੁੱਤ ਤੋਂ। ਸੋਨੀਆ, ਦਿਲ ਨਹੀਂ, ਰੂਹ ਭਰ ਗਈ ਤੁਹਾਡੇ ਘਰ ਤੋਂ। ਸਹਿ ਰਹੀ ਸੀ ਚਾਰ ਕੰਧਾਂ ਵਿੱਚ ਅੰਦਰ ਤੁਹਾਡੇ ਪੁੱਤ ਦੀ ਹਰ ਮਨਮਾਨੀ, ਪਰ ਅੱਜ ਸਭ ਦੇ ਸਾਹਮਣੇ ਨਹੀਂ। ਮੈਂ ਅੱਜ ਫੈਸਲਾ ਕਰ ਲਿਆ ਕਿ ਮੈਂ ਹੁਣ ਇੱਥੇ ਨਹੀਂ ਰਹਿ ਸਕਦੀ। ਸੋਨੀਆ ਅੱਜ ਪਤਾ ਨਹੀਂ ਕੀ ਬੋਲੀ ਜਾ ਰਹੀ ਸੀ। ਆਂਢੀ ਗੁਆਂਢੀ ਸਾਰੇ ਵਿਹੜੇ 'ਚ ਇਕੱਠੇ ਹੋ ਗਏ। ਚਾਚੀ, ਲੈ ਦੱਸ ਚੰਗੀ ਭਲੀ ਕਾਹਦਾ ਘਾਟਾ, ਸੋਹਣੇ ਵਰਗਾ ਮੁੰਡੇ ਨੂੰ ਛੱਡਣ ਨੂੰ ਫਿਰਦੀ, ਤਾਂ ਹੀ ਤਾਂ ਹੱਥ ਚੁੱਕਿਆ ਮੁੰਡੇ ਤੇ। ਚਲੀ ਜਾਂਦੀ ਜਿੱਥੇ ਨੂੰ ਜਾਣਾ ਸੀ, ਸਾਨੂੰ ਕਾਹਨੂੰ ਬਦਨਾਮ ਕਰਨ ਲੱਗੀ। ਇਸ ਤੋਂ ਪਹਿਲਾਂ ਕਿ ਸੋਨੀਆ ਕੁਝ ਬੋਲਦੀ, ਅਰਮਾਨ ਚੀਕ ਉੱਠਿਆ, ਬਸ ਕਰੋ, ਜਾਓ ਸਾਰੇ ਆਪੋ ਆਪਣੇ ਘਰਾਂ ਨੂੰ, ਸਾਡੇ ਘਰ ਦਾ ਮਾਮਲਾ ਅਸੀਂ ਆਪ ਨਜਿੱਠ ਲਵਾਂਗੇ। ਨਾਲੇ ਚਾਚੀ, ਤੂੰ ਕਿੱਦਾਂ ਕਿਹਾ ਸੋਨੀਆ ਬਾਰੇ? ਇਹ ਮੇਰੀ ਘਰ ਵਾਲੀ ਹੈ, ਮੈਨੂੰ ਇਹਦੇ ਚਾਲ ਚੱਲਣ ਬਾਰੇ ਸਭ ਕੁਝ ਪਤਾ, ਇਹਦੇ ਬਾਰੇ ਸਭ ਕੁਝ ਪਤਾ। ਚਾਚੀ, ਅੱਛਾ ਫਿਰ ਕਿੱਦਾਂ ਦੀ ਹੈ? ਆਪਣੇ ਆਦਮੀ ਤੇ ਹੱਥ ਚੱਕਣ ਵਾਲੀ। ਅਰਮਾਨ, ਚਾਚੀ ਮੈਂ ਰੋਜ਼ ਹੱਥ ਚੁੱਕਦਾ ਇਸ ਤੇ, ਤੁਸੀਂ ਕਦੇ ਕਿਸੇ ਨੇ ਨਹੀਂ ਆਖਿਆ ਕੁਝ ਵੀ। ਜੇ ਤੁਸੀਂ ਮੈਨੂੰ ਕਦੇ ਰੋਕਦੇ ਤਾਂ ਅਜਿਹੀ ਨੌਬਤ ਨਾ ਆਉਂਦੀ। ਤੁਸੀਂ ਹਮੇਸ਼ਾ ਮੈਨੂੰ ਹੱਲਾਸ਼ੇਰੀ ਦਿੱਤੀ ਮੇਰੇ ਜਾਇਜ਼ ਨਜਾਇਜ਼ ਕੰਮ ਦੀ। ਤੁਸੀਂ ਹਮੇਸ਼ਾ ਮੇਰੀ ਗਲਤੀ ਤੇ ਮੇਰਾ ਹੀ ਪੱਖ ਪੂਰਿਆ। ਅੱਜ ਮੈਨੂੰ ਆਪਣੀਆਂ ਗਲਤੀਆਂ ਮੇਰੇ ਸਾਹਮਣੇ ਖੜੀਆਂ ਮੇਰੇ ਤੇ ਹੱਸਦੀਆਂ ਨਜ਼ਰ ਆਉਂਦੀਆਂ। ਚਾਚੀ, ਅੱਜ ਤੱਕ ਇਹਨੂੰ ਬੇਜਾਨ ਕੰਧ ਦੀ ਤਰ੍ਹਾਂ ਮੈਂ ਕੁੱਟਦਾ ਰਿਹਾ ਤੇ ਇਹ ਚੁੱਪਚਾਪ ਮਾਰ ਸਹਿੰਦੀ ਰਹੀ, ਪਰ ਅੱਜ ਇਸ ਨੇ ਮੇਰੇ ਤੇ ਹੱਥ ਚੁੱਕ ਮੈਨੂੰ ਅਹਿਸਾਸ ਕਰਵਾ ਦਿੱਤਾ ਕਿ ਇਹ ਕੋਈ ਕੰਧ ਨਹੀਂ ਹੈ, ਇਸ ਦੀਆਂ ਭਾਵਨਾ ਨੇ, ਮਾਨ ਮਰਿਆਦਾ ਹੈ। ਸਭ ਦੇ ਸਾਹਮਣੇ ਇਸ ਦੀ ਵੀ ਮੇਰੇ ਬਰਾਬਰ ਇੱਜ਼ਤ ਹੈ। ਅਰਮਾਨ ਸੋਨੀਆ ਕੋਲ ਜਾ ਕੇ, ਸੋਨੀਆ ਮੈਨੂੰ ਮੁਆਫ ਕਰ ਦੇ, ਮੈਂ ਨਹੀਂ ਰਹਿ ਸਕਦਾ ਤੇਰੇ ਬਿਨਾਂ। ਅੱਜ ਮੈਨੂੰ ਅਹਿਸਾਸ ਹੋਇਆ ਕਿ ਤੂੰ ਮੇਰੀ ਗੁਲਾਮ ਨਹੀਂ ਹੈ ਤੇ ਮੈਂ ਤੇਰਾ ਰੱਬ ਨਹੀਂ ਹਾਂ। ਮੈਂ ਵੀ ਆਮ ਇਨਸਾਨ ਹੀ ਹਾਂ। ਮੈਂ ਕੋਸ਼ਿਸ਼ ਕਰਾਂਗਾ ਤੇਰੇ ਕਾਬਲ ਬਣਨ ਦੀ। ਮੈਂ ਵਾਅਦਾ ਕਰਦਾ ਹਾਂ ਆਪਣੇ ਆਪ ਨੂੰ ਸੁਧਾਰਾਂਗਾ। ਸੋਨੀਆ ਦੀ ਸੱਸ ਇਹ ਸਭ ਦੇਖ ਕੇ ਦੰਗ ਰਹਿ ਗਈ ਤੇ ਉੱਚੀ ਉੱਚੀ ਰੋਲਾ ਪਾਉਣ ਲੱਗੀ, ਹਾਏ ਵੇ ਲੋਕੋ, ਮੇਰੇ ਪੁੱਤ ਤੇ ਟੂਣਾ ਕਰਤਾ ਇਸ ਮਾੜੇ ਘਰ ਦੀ ਜਾਈ ਨੇ, ਮੇਰਾ ਪੁੱਤ ਮੇਤੋਂ ਖੋਹ ਲਿਆ। ਅਰਮਾਨ, ਨਹੀਂ ਮਾਂ, ਮੈਂ ਤੇਰਾ ਹੀ ਪੁੱਤ ਹਾਂ, ਪਰ ਇਸ ਦਾ ਪਤੀ ਵੀ ਹਾਂ। ਮੈਂ ਇੱਕ ਚੰਗਾ ਪੁੱਤ ਤਾਂ ਬਣ ਗਿਆ, ਪਰ ਇੱਕ ਚੰਗਾ ਪਤੀ ਬਣਨਾ ਬਾਕੀ ਹੈ। ਮਾਂ, ਮੈਨੂੰ ਇੱਕ ਚੰਗਾ ਪਤੀ ਵੀ ਬਣ ਲੈਣ ਦੇ। ਮੈਂ ਇੱਕ ਚੰਗਾ ਪੁੱਤ ਤੇ ਇੱਕ ਚੰਗਾ ਪਤੀ ਬਣ ਕੇ ਹੀ ਚੰਗਾ ਇਨਸਾਨ ਬਣ ਸਕਦਾ ਹਾਂ। ਸੋਨੀਆ ਸਮਝ ਨਹੀਂ ਸੀ ਪਾ ਰਹੀ ਕਿ ਇਹ ਕੀ ਹੋ ਰਿਹਾ ਹੈ, ਪਰ ਅਰਮਾਨ ਦੇ ਪਿਆਰ ਭਰੇ ਬੋਲਾਂ ਤੇ ਉਸ ਦੇ ਅਹਿਸਾਸ ਨੇ ਉਸ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦੇ ਦਿੱਤਾ। ਧੰਨਵਾਦ ਜੀ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।